ਸ਼ਬਦ ਦੀ ਆਰਾਧਨਾ ਕਰਨ ਦਾ ਆਸ਼ੀਸ਼ਤ ਸਮਾਂ ਆ ਗਿਆ ਹੈ। ਅੱਜ ਆਓ ਅਸੀਂ ਨਿਆਂ ਦਾ ਦਿਨ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰੀਏ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਨਿਆਂ ਦਾ ਦਿਨ ਕਦੇ-ਕਦੇ ਡੂਮਸਡੇ ਦੇ ਰੂਪ ਵਿੱਚ ਵੀ ਕਿਹਾ ਜਾਂਦਾ ਹੈ। ਇੱਕ ਵੱਖਰੇ ਨਜ਼ਰੀਏ ਨਾਲ ਸ਼ਬਦਕੋਸ਼ ਇਸ ਦਿਨ ਨੂੰ ਉਸ ਸਮੇਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ ਜਦ ਸਾਡੀ ਆਖਰੀ ਕਿਸਮਤ ਆਖਰਕਾਰ ਨਿਰਧਾਰਿਤ ਹੋ ਜਾਂਦੀ ਹੈ। ਨਿਆਂ ਦਾ ਦਿਨ ਉਹ ਦਿਨ ਹੈ ਜਦ ਪੂਰੀ ਮਨੁੱਖ ਜਾਤੀ ਦਾ ਨਸੀਬ ਨਿਯੁਕਤ ਕੀਤਾ ਜਾਵੇਗਾ। ਕੁਝ ਲੋਕ ਸੰਦੀਪਕ ਅੱਗ ਦੇ ਨਰਕ ਵਿੱਚ ਸੁੱਟ ਦਿੱਤੇ ਜਾਣਗੇ, ਜਦ ਕਿ ਹੋਰ ਸਦਾ ਲਈ ਪਰਮੇਸ਼ਵਰ ਨਾਲ ਸਵਰਗ ਵਿੱਚ ਰਾਜ ਕਰਨਗੇ। ਉਹਨਾਂ ਦੀ ਆਖਰੀ ਕਿਸਮਤ ਇਸ ਦਿਨ ਨਿਰਧਾਰਿਤ ਕੀਤੀ ਜਾਵੇਗੀ, ਜਿਸ ਨੂੰ ਡੂਮਸਡੇ ਮਤਲਬ ਨਿਆਂ ਦਾ ਦਿਨ ਕਹਿੰਦੇ ਹਨ। ਬਾਈਬਲ ਇਹ ਦਰਜ ਕਰਦੀ ਹੈ ਕਿ ਪਰਮੇਸ਼ਵਰ ਹਰ ਇੱਕ ਮਨੁੱਖ ਨੂੰ ਉਸ ਦੇ ਜੀਵਨ ਭਰ ਵਿੱਚ ਕੀਤੇ ਗਏ ਕੰਮਾਂ ਅਨੁਸਾਰ ਆਖਰੀ ਸਜ਼ਾ ਦਿੰਦੇ ਹਨ ਅਤੇ ਨਿਆਂ ਕਰਦੇ ਹਨ। ਅੱਜ ਆਓ ਅਸੀਂ ਨਿਆਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਬਾਈਬਲ ਦੇ ਰਿਕਾਰਡ ਤੇ ਨਜ਼ਰ ਪਾਈਏ ਅਤੇ ਸੋਚੀਏ ਕਿ ਵਿਸ਼ਵਾਸ ਦੇ ਰਾਹ ਤੇ ਚੱਲਦੇ ਹੋਏ ਅਸੀਂ ਕਿਵੇਂ ਆਪਣੇ ਆਤਮਿਕ ਜੀਵਨ ਨੂੰ ਸੁਧਾਰ ਸਕਦੇ ਹਾਂ। ਉਹਨਾਂ ਵਿੱਚੋਂ ਕਈ ਲੋਕ ਜੋ ਵਿਸ਼ਵਾਸ ਦੇ ਰਾਹ ਤੇ ਚੱਲਦੇ ਹੋਏ ਦੌੜ ਪੂਰੀ ਕਰਨ ਵਿੱਚ ਅਸਫਲ ਹੋ ਜਾਂਦੇ ਹਨ, ਉਹ ਆਸਾਨੀ ਨਾਲ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿ ਆਖਰੀ ਨਿਆਂ ਹੋਵੇਗਾ। ਇਹ ਲੋਕ ਇਸ ਮਾਨਸਿਕਤਾ ਨਾਲ ਸਭ ਕੁਝ ਵਿਸ਼ਲੇਸ਼ਣ ਕਰਦੇ ਹਨ ਕਿ ਕਿਵੇਂ ਉਹ ਆਪਣੇ ਹਾਲਾਤ ਵਿੱਚ ਖੁਦ ਦੀ ਸੰਤੁਸ਼ਟੀ ਅਤੇ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਸੋਚ ਦੇ ਕਰਕੇ ਜਦ ਕਦੇ ਉਹਨਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣੇ ਵਿਸ਼ਵਾਸ ਨੂੰ ਤਿਆਗ ਦੇਣਗੇ ਅਤੇ ਅੰਤ ਵਿੱਚ ਸੱਚਾਈ ਨੂੰ ਛੱਡ ਦੇਣਗੇ ਅਤੇ ਨਾਲ ਹੀ ਪਰਮੇਸ਼ਵਰ ਨੂੰ ਵੀ ਭੁੱਲ ਜਾਣਗੇ। ਇਸ ਲਈ ਨਬੀ ਯਸ਼ਾਇਆ ਨੇ ਕਿਹਾ, ਅਤੇ ਇਹ ਹੋਵੇਗਾ ਕਿ ਜਿਹੜਾ ਸਿਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ। ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜਿਉਂਦਿਆਂ ਵਿੱਚ ਲਿਖੇ ਗਏ। ਸਾਰੇ ਲੋਕੋ, ਜਦ ਤੁਸੀਂ ਸੰਸਾਰ ਦੇ ਨਿਆਂ ਦੀ ਵਿਵਸਥਾ ਨੂੰ ਦੇਖਦੇ ਹੋ, ਇਸ ਵਿੱਚ ਮੁੱਦਈ ਅਤੇ ਬਚਾਓ ਪੰਖ ਦੋਵੇਂ ਸ਼ਾਮਲ ਹੁੰਦੇ ਹਨ। ਨਿਆਂ ਕਰਨ ਵਾਲਾ ਨਿਰੀਖਣ ਕਰਨ ਲਈ ਬਚਾਓ ਪੰਖ ਦੇ ਕੰਮਾਂ ਦੀ ਜਾਂਚ ਕਰਦਾ ਹੈ ਕਿ ਭਾਵੇਂ ਉਸ ਦਾ ਪਾਪ ਗੰਭੀਰ ਹੈ, ਫਿਰ ਵੀ ਕਿ ਕੁਝ ਇਸ ਤਰ੍ਹਾਂ ਦੇ ਹਾਲਾਤ ਸੀ ਜਿਸ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜਾਂ ਫਿਰ ਪਾਪ ਦਾ ਕਾਰਨ ਇਹ ਹੈ ਕਿ ਪਾਪੀ ਦਾ ਸੁਭਾਅ ਬੁਰਾ ਹੈ। ਇੱਕ-ਇੱਕ ਕਰਕੇ ਸਬੂਤਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਬਾਅਦ ਨਿਆਂ ਕਰਨ ਵਾਲਾ ਆਖਰੀ ਫੈਸਲਾ ਕਰਦਾ ਹੈ। ਆਤਮਿਕ ਰੂਪ ਨਾਲ ਸਾਡੇ ਨਿਆਂ ਬਾਰੇ ਵੀ ਇਸ ਤਰ੍ਹਾਂ ਹੀ ਹੈ। ਨਿਆਂ ਦਾ ਦਿਨ ਪਰਮੇਸ਼ਵਰ ਸਾਡਾ ਨਿਆਂ ਕਰਨ ਵਾਲੇ ਹਨ। ਕੀ ਇਹ ਸਭ ਵਿਸਥਾਰ ਨਾਲ ਪਰਮੇਸ਼ਵਰ ਦੀ ਪੁਸਤਕ ਵਿੱਚ ਨਹੀਂ ਦੱਸਿਆ ਗਿਆ ਹੈ ਕਿ ਅਸੀਂ ਹਰ ਦਿਨ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹਾਂ? ਕੀ ਇਹ ਨਹੀਂ ਕਿਹਾ ਗਿਆ ਹੈ ਕਿ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਨੂੰ ਕਿਵੇਂ ਚਲਾ ਰਹੇ ਹਾਂ? ਮੈਨੂੰ ਆਸ ਹੈ ਕਿ ਜਦ ਅਸੀਂ ਨਿਆਂ ਦੇ ਦਿਨ ਪਰਮੇਸ਼ਵਰ ਦੇ ਸਾਹਮਣੇ ਆਵਾਂਗੇ, ਤਦ ਸਾਨੂੰ ਸਾਰਿਆਂ ਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾਵੇਗੀ। ਆਓ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 7 ਤੇ ਇੱਕ ਨਜ਼ਰ ਪਾਈਏ। ਅਤੇ ਉਸਨੇ ਵੱਡੀ ਆਵਾਜ਼ ਨਾਲ ਆਖਿਆ, ਭਾਈ ਪਰਮੇਸ਼ਵਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ ਅਤੇ ਜਿਹਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪ੍ਰਾਣੀਆਂ ਦੇ ਸੂਬਾਂ ਨੂੰ ਬਣਾਇਆ, ਤੁਸੀਂ ਉਹਨੂੰ ਮੱਥਾ ਟੇਕੋ। ਇਹ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੁਨੀਆ ਭਰ ਵਿੱਚ 10 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸੀ। ਹੁਣ ਤੱਕ ਪੀੜਤ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਮਹਾਮਾਰੀ ਹੁਣ ਵੀ ਜਾਰੀ ਹੈ। ਵਾਇਰਸ ਨਾਲ ਕਈ ਲੋਕਾਂ ਦਾ ਮਰਨਾ ਜਾਰੀ ਹੈ। ਬੇਸ਼ੱਕ ਕਿਸੇ ਨੂੰ ਪੀੜਤ ਹੋਣ ਤੋਂ ਰੋਕਣ ਲਈ ਬਹੁਤ ਸਾਰੀਆਂ ਦਵਾਈਆਂ ਅਤੇ ਬਹੁਤ ਤਰ੍ਹਾਂ ਦੇ ਟੀਕੇ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦੇ ਜ਼ਰੀਏ ਬਹੁਤ ਸਾਰੇ ਲੋਕ, ਇੱਥੋਂ ਤੱਕ ਕਿ ਨਾਸਤਿਕ ਵੀ ਕਹਿੰਦੇ ਹਨ ਕਿ ਨਿਆਂ ਦਾ ਦਿਨ ਆ ਰਿਹਾ ਹੈ, ਜਿਸ ਦੇ ਬਾਰੇ ਬਾਈਬਲ ਅਤੇ ਈਸਾਈ ਧਰਮ ਕਹਿੰਦਾ ਹੈ। ਲੋਕ ਖੁੱਲ੍ਹ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਸਾਰੇ ਲੋਕੋ, ਦੁਨੀਆ ਹਮੇਸ਼ਾ ਉਸੇ ਤਰ੍ਹਾਂ ਨਹੀਂ ਹੋਵੇਗੀ ਜਿਵੇਂ ਹੁਣ ਹੈ। ਕਿਸੇ ਨਾ ਕਿਸੇ ਦਿਨ ਸਾਨੂੰ ਸਾਰਿਆਂ ਨੂੰ ਇਹ ਦੁਨੀਆ ਛੱਡਣੀ ਹੀ ਪਵੇਗੀ। ਇੱਕ-ਇੱਕ ਕਰਕੇ ਸਾਰੇ ਲੋਕ ਇਸ ਦੁਨੀਆ ਨੂੰ ਛੱਡ ਦੇਣਗੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਲਦੀ ਹੀ ਪੂਰੇ ਸੰਸਾਰ ਤੇ ਨਿਆਂ ਦਾ ਦਿਨ ਆ ਜਾਵੇਗਾ। ਜਿਹੜੇ ਲੋਕ ਇਹਨਾਂ ਮਾਮਲਿਆਂ ਨੂੰ ਧਿਆਨ ਵਿੱਚ ਨਹੀਂ ਰੱਖਦੇ, ਉਹ ਕੁਦਰਤੀ ਤੌਰ ਤੇ ਆਪਣੇ ਪਾਪੀ ਜੀਵਨ ਸ਼ੈਲੀ, ਕੰਮਾਂ ਅਤੇ ਵਿਵਹਾਰ ਨੂੰ ਤਰਕਸ਼ੀਲ ਅਤੇ ਤਰਕਸੰਗਤ ਬਣਾਉਂਦੇ ਹੋਏ, ਜਿਸ ਤੋਂ ਪਰਮੇਸ਼ਵਰ ਖੁਸ਼ ਨਹੀਂ ਹਨ, ਆਪਣੀਆਂ ਅੱਖਾਂ ਪਾਪੀ ਗੱਲਾਂ ਵੱਲ ਫਿਰਾਉਣ ਲੱਗਦੇ ਹਨ।
ਆਓ ਇਬਰਾਨੀਆਂ ਅਧਿਆਇ 9 ਵਚਨ 27 ਨੂੰ ਦੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਪੱਕਾ ਹੀ ਲੋਕ ਪਰਮੇਸ਼ਵਰ ਦੇ ਨਿਆਂ ਦਾ ਸਾਹਮਣਾ ਕਰਨਗੇ। ਬਾਈਬਲ ਦੇ ਸਾਰੇ ਵਚਨ ਸੱਚ ਹਨ, ਸੱਚਾਈ ਵਿਸ਼ਵਾਸਯੋਗ ਅਤੇ ਸਹੀ ਹੈ। ਜਿਵੇਂ ਕਿ ਬਾਈਬਲ ਕਹਿੰਦੀ ਹੈ, ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਨਿਆਂ ਦਾ ਦਿਨ ਸਿਰਫ ਕੁਝ ਮਨੁੱਖਾਂ ਤੇ ਨਹੀਂ ਬਲਕਿ ਪੂਰੀ ਦੁਨੀਆ ਤੇ ਆ ਜਾਵੇਗਾ। ਡੂਮਸਡੇ ਦਾ ਅਰਥ ਉਹ ਦਿਨ ਹੈ ਜਦ ਸਾਡੀ ਕਿਸਮਤ ਨਿਰਧਾਰਿਤ ਕੀਤੀ ਜਾਵੇਗੀ। ਸਾਰੇ ਲੋਕੋ, ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਕਿਸਮਤ ਦਾ ਫੈਸਲਾ ਕਿਸ ਤਰ੍ਹਾਂ ਦਾ ਹੋ ਜਾਵੇਗਾ? ਕੀ ਇਹ ਹੈਰਾਨੀਜਨਕ ਨਹੀਂ ਹੋਵੇਗਾ ਜੇ ਤੁਹਾਡੀ ਕਿਸਮਤ ਸਵਰਗ ਵਿੱਚ ਇੱਕ ਸ਼ਾਹੀ ਯਾਜਕ ਬਣਨਾ ਹੈ? ਕਿ ਤੁਸੀਂ ਸੰਦੀਪਕ ਜੀਵਨ ਅਤੇ ਪਰਮੇਸ਼ਵਰ ਦੇ ਨਾਲ ਹਮੇਸ਼ਾ ਖੁਸ਼ੀਆਂ ਦਾ ਆਨੰਦ ਨਹੀਂ ਲੈਣਾ ਚਾਹੁੰਦੇ? ਜੇ ਇਸ ਤਰ੍ਹਾਂ ਦਾ ਹੈ ਤਦ ਤੁਹਾਨੂੰ ਉਸ ਦੇ ਯੋਗ ਕੰਮ ਕਰਨ ਦੀ ਜ਼ਰੂਰਤ ਹੈ। ਭਾਵੇਂ ਤੁਸੀਂ ਆਪਣੇ ਮਨ ਵਿੱਚ ਸਵਰਗ ਜਾਣਾ ਚਾਹੁੰਦੇ ਹੋ, ਪਰ ਜੇ ਤੁਹਾਡੇ ਕੰਮ ਤੁਹਾਡੀ ਮਰਜ਼ੀ ਤੋਂ ਉਲਟ ਹਨ, ਤਦ ਕਿ ਤੁਸੀਂ ਮਨ 'ਚ ਆਇਆ ਨਤੀਜਾ ਪਾਉਣ ਦੀ ਉਮੀਦ ਕਰ ਸਕਦੇ ਹੋ। ਸਾਡੇ ਜੀਵਨ ਦੇ ਸਾਰੇ ਮਾਪਦੰਡਾਂ ਨੂੰ ਪਰਮੇਸ਼ਵਰ ਅਤੇ ਸਵਰਗ ਦੇ ਅਨੁਸਾਰ ਹੋਣਾ ਚਾਹੀਦਾ ਹੈ। ਅਸਥਾਈ ਤੌਰ ਤੇ ਇੱਥੇ ਰਹਿੰਦੇ ਹੋਏ, ਜਦ ਤੱਕ ਅਸੀਂ ਚਲੇ ਨਹੀਂ ਜਾਂਦੇ ਕਿ ਇਸ ਦੁਨੀਆ ਵਿੱਚ ਨਹੀਂ ਹਾਂ। ਹਾਲ ਹੀ ਵਿੱਚ ਕੁਝ ਬਜ਼ੁਰਗ ਲੰਬੀ ਉਮਰ ਦਾ ਆਨੰਦ ਲੈਣ ਦੇ ਬਾਅਦ ਦੁਨੀਆ ਨੂੰ ਛੱਡ ਕੇ ਚਲੇ ਗਏ। ਆਪਣੀ ਜਵਾਨੀ ਵਿੱਚ ਉਹ ਬਹੁਤ ਸ਼ਕਤੀਸ਼ਾਲੀ ਸੀ, ਪਰ ਇੱਕ ਵਾਰ ਪਰਮੇਸ਼ਵਰ ਦੁਆਰਾ ਵਾਪਸ ਬੁਲਾਏ ਜਾਣ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਕਿ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ। ਜੋ ਤਿਆਰ ਨਹੀਂ ਹੈ, ਉਹਨਾਂ ਲਈ ਪਰਮੇਸ਼ਵਰ ਦਾ ਬੁਲਾਵਾ ਇੱਕਦਮ ਅਚਾਨਕ ਤੋਂ ਆ ਜਾਵੇਗਾ। ਇੱਕ ਮਨੁੱਖ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਹੋਵੇਗਾ। ਕੁਝ ਲੋਕ ਲਾਜ਼ਰ ਦੇ ਵਾਂਗ ਹੋਣਗੇ, ਜਿਸ ਨੂੰ ਪਰਮੇਸ਼ਵਰ ਨੇ ਗਲੇ ਲਾਇਆ ਅਤੇ ਸ਼ਾਂਤੀ ਦਿੱਤੀ ਸੀ। ਕੁਝ ਲੋਕ ਧਨੀ ਮਨੁੱਖ ਦੇ ਵਾਂਗ ਹੋਣਗੇ, ਜੋ ਨਰਕ ਵਿੱਚ ਗਿਆ ਅਤੇ ਚੀਕਿਆ, ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ। ਉਪਦੇਸ਼ ਨੂੰ ਸੁਣਦੇ ਸਮੇਂ ਕੁਝ ਲੋਕ ਆਪਣੇ ਆਪ ਨੂੰ ਕਹਿੰਦੇ ਹਨ, ਪੱਕਾ ਹੀ ਇਸ ਤਰ੍ਹਾਂ ਦਾ ਦਿਨ ਆਵੇਗਾ। ਪਰ ਇੱਕ ਵਾਰ ਜਦ ਉਹ ਚਰਚ ਤੋਂ ਬਾਹਰ ਨਿਕਲਦੇ ਹਨ, ਤਦ ਉਹ ਸੰਸਾਰ ਵਿੱਚ ਫਸ ਜਾਂਦੇ ਹਨ ਅਤੇ ਮੂਰਖਤਾਪੂਰਨ ਕੰਮ ਕਰਦੇ ਹਨ। ਕਿ ਸਾਡੀ ਜੀਵਨ ਸ਼ੈਲੀ ਧਰਤੀ ਦੇ ਅਨੁਸਾਰ ਹੋਣ ਦੇ ਬਜਾਏ ਸਵਰਗ ਦੇ ਅਨੁਸਾਰ ਨਹੀਂ ਹੋਣੀ ਚਾਹੀਦੀ। ਅਜਿਹਾ ਇਸ ਲਈ ਹੈ ਕਿਉਂਕਿ ਬਾਈਬਲ ਵਿੱਚ ਲਿਖਿਆ ਗਿਆ ਹੈ ਕਿ ਇਹ ਸੰਸਾਰ ਇੱਕ ਯਾਤਰੀ ਦਾ ਰਾਹ ਹੈ, ਜਿੱਥੇ ਪਰਦੇਸੀ ਕੁਝ ਦੇਰ ਲਈ ਰਹਿੰਦਾ ਹੈ, ਪਰ ਸਵਰਗ ਉਹ ਜਗ੍ਹਾ ਹੈ ਜਿੱਥੇ ਉਹ ਹਮੇਸ਼ਾ ਰਹਿਣਗੇ। ਸਾਰੇ ਕੰਮਾਂ ਦਾ ਫੈਸਲਾ ਨਿਆਂ ਦੇ ਦਿਨ ਤੇ ਕੀਤਾ ਜਾਵੇਗਾ ਕਿ ਪਰਮੇਸ਼ਵਰ ਸਾਡੇ ਸਾਰੇ ਪਿਛਲੇ ਪਾਪਾਂ ਨੂੰ ਮਾਫ ਕਰਨਗੇ ਜਾਂ ਉਹਨਾਂ ਨੂੰ ਉਸੇ ਤਰ੍ਹਾਂ ਗਿਣਨਗੇ ਜਿਵੇਂ ਉਹ ਹਨ। ਇਸ ਲਈ ਸਾਨੂੰ ਉਸ ਪਲ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਪਰਮੇਸ਼ਵਰ ਨੇ ਪਹਿਲਾਂ ਤੋਂ ਦੱਸ ਦਿੱਤਾ ਸੀ ਕਿ ਉਹ ਦਿਨ ਜ਼ਰੂਰ ਆਵੇਗਾ। ਇਸ ਲਈ ਬਾਈਬਲ ਕਹਿੰਦੀ ਹੈ ਕਿ ਸਾਨੂੰ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਓ ਰੋਮੀਓ ਅਧਿਆਇ 14 ਦੀ ਪੁਸਤਕ ਖੋਲੀਏ। ਰੋਮੀਓ ਅਧਿਆਇ 14 ਵਚਨ 10। ਪਰ ਤੂੰ ਆਪਣੇ ਭਰਾ ਉੱਤੇ ਕਾਹਨੂੰ ਦੋਸ਼ ਲਾਉਂਦਾ ਹੈ? ਅਥਵਾ ਫਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈ? ਕਿਉਂ ਜੋ ਅਸੀਂ ਸਾਬੇ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ। ਭਾਵੇਂ ਕੋਈ ਵੀ ਹੋਵੇ, ਅਸੀਂ ਸਾਰੇ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ। ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣ ਦਾ ਮਤਲਬ ਹੈ ਨਿਆਂ ਹੋਣ ਦੀ ਉਡੀਕ ਕਰਨਾ। ਕੋਈ ਵੀ ਬਿਨਾਂ ਪਾਪ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜਾ ਨਹੀਂ ਹੁੰਦਾ। ਅਸੀਂ ਸਭ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ ਕਿਉਂਕਿ ਅਸੀਂ ਸਭ ਪਾਪੀ ਸੀ। ਉਸ ਸਮੇਂ ਉਹ ਜਾਂ ਤਾਂ ਸਾਨੂੰ ਉਹਨਾਂ ਪਾਪਾਂ ਤੋਂ ਆਜ਼ਾਦ ਕਰ ਦੇਣਗੇ ਜੋ ਅਸੀਂ ਬੀਤੇ ਸਮੇਂ ਵਿੱਚ ਕੀਤੇ ਸੀ, ਜਾਂ ਉਹਨਾਂ ਸਾਰੇ ਪਿਛਲੇ ਪਾਪਾਂ ਦੀ ਸਾਨੂੰ ਇਹ ਕਹਿੰਦੇ ਹੋਏ ਸਜ਼ਾ ਦੇਣਗੇ ਕਿ ਮੈਂ ਤੁਹਾਨੂੰ 60-70 ਸਾਲ ਦਿੱਤੇ, ਪਰ ਤੁਸੀਂ ਆਪਣੇ ਪਾਪਾਂ ਤੋਂ ਨਹੀਂ ਮੁੜੇ ਅਤੇ ਨਾ ਹੀ ਪ੍ਰਾਇਚਿਤ ਕੀਤਾ। ਉਹਨਾਂ ਲੋਕਾਂ ਲਈ ਪਰਮੇਸ਼ਵਰ ਸੰਦੀਪਕ ਨਰਕ ਦਾ ਫੈਸਲਾ ਦੇਣਗੇ। ਆਓ ਆਇਤ 11 ਦੇਖੀਏ। ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਆਖਦਾ ਹੈ, ਆਪਣੀ ਜਿੰਦ ਦੀ ਸਹੁੰ ਹਰ ਇੱਕ ਗੋਡਾ ਮੇਰੇ ਅੱਗੇ ਨੀਵੇਗਾ ਅਤੇ ਹਰ ਇੱਕ ਜੀਭ ਪਰਮੇਸ਼ਵਰ ਦੇ ਅੱਗੇ ਇਕਰਾਰ ਕਰੇਗੀ। ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਵਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ। ਇਸ ਲਈ ਅਸੀਂ ਇੱਕ ਦੂਏ ਉੱਤੇ ਅਗਾਹਾਂ ਨੂੰ ਕਦੇ ਦੋਸ਼ ਨਾ ਲਾਈਏ, ਸਗੋਂ ਤੁਸੀਂ ਇਹ ਵਿਚਾਰੋ, ਭਈ ਠੇਡੇ ਅਥਵਾ ਠੋਕਰ ਵਾਲੀ ਵਸਤ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ। ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਨਿਸ਼ਚਾ ਹੋਈ ਹੈ, ਭਈ ਕੋਈ ਵਸਤ ਆਪ ਤੋਂ ਆਪ ਅਸ਼ੁੱਧ ਨਹੀਂ, ਪਰ ਜਿਹੜਾ ਕਿਸੇ ਵਸਤ ਨੂੰ ਅਸ਼ੁੱਧ ਮੰਨਦਾ ਹੈ ਉਹ ਉਸ ਦੇ ਲਈ ਅਸ਼ੁੱਧ ਹੈ। ਜਦ ਰਸੂਲ ਪੌਲੁਸ ਨੇ ਇਹ ਸਭ ਵਚਨ ਰੋਮ ਵਿੱਚ ਕਲੀਸਿਆ ਨੂੰ ਲਿਖੇ, ਤਦ ਉਸਨੇ ਕਿਹਾ, ਅਸੀਂ ਸਭ ਦੇ ਸਭ ਪਰਮੇਸ਼ਵਰ ਦੇ ਨਿਆਂ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ। ਇਹ ਕਦੇ ਨਾ ਭੁੱਲੋ। ਜੇ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਦੇ ਦੌਰਾਨ ਇਸ ਨੂੰ ਭੁੱਲ ਜਾਂਦੇ ਹਾਂ
ਤਦ ਅਸੀਂ ਸੰਸਾਰ ਵਿੱਚ ਵਾਪਸ ਚਲੇ ਜਾਵਾਂਗੇ ਅਤੇ ਭਰਮਾਏ ਜਾਣ ਦੇ ਸ਼ਿਕਾਰ ਹੋ ਜਾਵਾਂਗੇ ਅਤੇ ਅੰਤ ਵਿੱਚ ਪਾਪ ਕਰਾਂਗੇ। ਉਹ ਦਿਨ ਜਦ ਅਸੀਂ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ, ਉਹ ਜ਼ਰੂਰ ਆਵੇਗਾ। ਉਹਨਾਂ ਸਾਰੇ ਮਨੁੱਖਾਂ ਨੂੰ ਜੋ ਸਵਰਗ ਵਿੱਚ ਪਾਪ ਕਰਨ ਦੇ ਬਾਅਦ ਧਰਤੀ ਤੇ ਸੁੱਟ ਦਿੱਤੇ ਗਏ ਸੀ, ਪਰਮੇਸ਼ਵਰ ਨੇ ਨਵੇਂ ਨੇਮ ਦੀ ਖੁਸ਼ਖਬਰੀ ਨੂੰ ਫੈਲਾਉਣ ਦੇ ਦੁਆਰਾ ਪ੍ਰਾਇਚਿਤ ਕਰਨ ਦਾ ਮੌਕਾ ਦਿੱਤਾ ਹੈ। ਸੁਣਨ ਦੇ ਬਾਵਜੂਦ ਕੁਝ ਲੋਕ ਅਸਵੀਕਾਰ ਕਰਦੇ ਹਨ, ਜਦਕਿ ਹੋਰ ਲੋਕ ਜੋ ਸੁਣਦੇ ਹਨ ਉਸ ਨੂੰ ਪੂਰਾ ਕਰਦੇ ਹਨ। ਆਖਰੀ ਨਿਆਂ ਦੇ ਦਿਨ ਜਦ ਸਾਡੀ ਕਿਸਮਤ ਆਖਰਕਾਰ ਨਿਰਧਾਰਿਤ ਹੋਵੇਗੀ, ਮੈਨੂੰ ਆਸ ਹੈ ਕਿ ਤੁਸੀਂ ਅਤੇ ਮੈਂ ਸਵਰਗ ਦੇ ਰਾਜ ਦੇ ਯੋਗ ਬਣਨ ਲਈ ਦ੍ਰਿੜ ਸੰਕਲਪਿਤ ਹੋਵਾਂਗੇ। ਆਓ ਪਹਿਲਾ ਤਿਮੋਥਿਉਸ ਅਧਿਆਇ 5 ਵਚਨ 24 ਉੱਤੇ ਇੱਕ ਨਜ਼ਰ ਪਾਈਏ। ਕਈ ਮਨੁੱਖਾਂ ਦੇ ਪਾਪ ਪਰਥਕ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਤੇ ਪਿੱਛੇ ਹੀ ਆਉਂਦੇ ਹਨ। ਇਸੇ ਤਰ੍ਹਾਂ ਸ਼ੁਭ ਕਰਮ ਵੀ ਪਰਥਕ ਹਨ ਅਤੇ ਜੋ ਹੋਰ ਪ੍ਰਕਾਰ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ। ਪਰਮੇਸ਼ਵਰ ਦੇ ਨਿਆਂ ਦੇ ਦਿਨ ਸਭ ਗੱਲਾਂ ਇਸ ਤਰ੍ਹਾਂ ਨਿਰਧਾਰਿਤ ਹੋਣਗੀਆਂ। ਸਾਡੇ ਚੰਗੇ ਅਤੇ ਬੁਰੇ ਦੋਨੋਂ ਕੰਮ ਪ੍ਰਗਟ ਹੋਣਗੇ। ਜਿਵੇਂ ਪਹਿਲਾ ਤਿਮੋਥਿਉਸ 5 ਅਤੇ ਰੋਮੀਆਂ ਦੀ ਪੁਸਤਕ ਵਿੱਚ ਲਿਖਿਆ ਹੈ, ਬਾਈਬਲ ਸਾਨੂੰ ਇਸ ਤੱਥ ਦੇ ਪ੍ਰਤੀ ਜਗਾਉਂਦੀ ਹੈ ਕਿ ਜਦ ਅਸੀਂ ਪਰਮੇਸ਼ਵਰ ਦੇ ਸਾਹਮਣੇ ਆਵਾਂਗੇ ਤਦ ਸਾਡੇ ਸਾਰੇ ਕੰਮ ਬਿਨਾਂ ਕੁਝ ਛੱਡੇ ਪੂਰੀ ਤਰ੍ਹਾਂ ਪ੍ਰਗਟ ਹੋਣਗੇ। ਆਓ ਅਸੀਂ ਦੂਸਰਾ ਪਤਰਸ ਅਧਿਆਇ 3 ਤੇ ਜਾਈਏ। ਦੂਸਰਾ ਪਤਰਸ 3:6। ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ਼ ਹੋਇਆ, ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਉਸੇ ਵਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਂ ਅਤੇ ਨਾਸ਼ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ। ਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਨਿਆਂ ਦੇ ਦਿਨ ਸਭ ਗੱਲਾਂ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਕਿਹਾ ਗਿਆ ਹੈ ਕਿ ਹੁਣ ਪਰਮੇਸ਼ਵਰ ਨਿਆਂ ਦੇ ਦਿਨ ਲਈ ਸਾਰੀਆਂ ਚੀਜ਼ਾਂ ਰੱਖ ਰਹੇ ਹਨ। ਬਾਈਬਲ ਦੇ ਇਹਨਾਂ ਰਿਕਾਰਡਾਂ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਹਮੇਸ਼ਾ ਵਿਸ਼ਵਾਸ ਵਿੱਚ ਕੋਸ਼ਿਸ਼ ਕਰਨ ਲਈ ਕਹਿੰਦਾ ਹਾਂ, ਤਾਂ ਜੋ ਜਦ ਅਸੀਂ ਨਿਆਂ ਦੇ ਦਿਨ ਪਰਮੇਸ਼ਵਰ ਦੇ ਸਾਹਮਣੇ ਖੜੇ ਹੋਈਏ ਤਦ ਅਸੀਂ ਸਾਰੇ ਨਿਰਦੋਸ਼ ਅਤੇ ਬਿਨਾਂ ਪਾਪ ਦੇ ਪਾਏ ਜਾ ਸਕੀਏ। ਆਓ ਅਸੀਂ ਇਹ ਯਾਦ ਰੱਖੀਏ ਕਿ ਉਹ ਦਿਨ ਪੱਕਾ ਹੀ ਸਾਡੇ ਲਈ ਅਤੇ ਦੁਨੀਆ ਭਰ ਵਿੱਚ ਸਾਰੀ ਮਨੁੱਖ ਜਾਤੀ ਲਈ ਆਵੇਗਾ। ਆਓ ਮਤੀ ਅਧਿਆਇ 25 ਦੇ ਨਾਲ ਜਾਰੀ ਰਹੀਏ। ਮਤੀ ਅਧਿਆਇ 25 ਵਚਨ 31। ਜਦ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇਗਾ ਔਰ ਸਭ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ। ਔਰ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰੀਆਂ ਕਰਦਾ ਹੈ, ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਿਆ ਕਰੇਗਾ। ਤਦ ਪਾਤਸ਼ਾਹ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਸੰਸਾਰ ਦੇ ਮੁੱਢ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਸ ਦੇ ਵਾਰਸ ਹੋਵੋ। ਆਪਣੇ ਸੱਜੇ ਪਾਸੇ ਦੇ ਲੋਕਾਂ ਲਈ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਉਸ ਰਾਜ ਦੇ ਅਧਿਕਾਰੀ ਹੋ ਜਾਓ ਜੋ ਜਗਤ ਦੇ ਸ਼ੁਰੂ ਤੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ। ਭਾਵੇਂ ਤੁਸੀਂ ਇਸ ਧਰਤੀ ਤੇ ਪ੍ਰਾਪਤ ਨਹੀਂ ਕਰ ਪਾਏ ਸੀ, ਪਰ ਸਵਰਗ ਵਿੱਚ ਤੁਹਾਡੇ ਕੋਲ ਸਭ ਕੁਝ ਹੋ ਸਕਦਾ ਹੈ ਜੋ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਚਾਹੁੰਦੇ ਹੋ ਉਹ ਕਰ ਸਕਦੇ ਹੋ। ਆਓ ਆਇਤ 35 ਦੇਖੀਏ। ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਔਰ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸਾਂ ਔਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਔਰ ਤੁਸਾਂ ਮੇਰੀ ਖਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਲੋਕ ਉਹਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ, ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ, ਜਾਂ ਤਿਹਾਇਆ ਅਤੇ ਪਿਲਾਇਆ? ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ, ਜਾਂ ਨੰਗਾ ਦੇਖਿਆ ਅਤੇ ਪਹਿਨਾਇਆ? ਕਦ ਅਸਾਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਔਰ ਤੇਰੇ ਕੋਲ ਆਏ? ਪਾਤਸ਼ਾਹ ਉਹਨਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਜਦ ਤੁਸਾਂ ਮੇਰੇ ਇਹਨਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਉਹ ਕਿਸ ਦੇ ਨਾਲ ਕੀਤਾ? ਮੇਰੇ ਨਾਲ ਕੀਤਾ। ਜਿਸ ਤਰ੍ਹਾਂ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਵਿਵਹਾਰ ਕਰਦੇ ਹਾਂ, ਪਰਮੇਸ਼ਵਰ ਉਹਨਾਂ ਕੰਮਾਂ ਨੂੰ ਉਹਨਾਂ ਦੀਆਂ ਅੱਖਾਂ ਅਤੇ ਉਹਨਾਂ ਦੇ ਮਨਾਂ ਵਿੱਚ ਦਰਜ ਕਰਦੇ ਹਨ, ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਹੈ ਉਹ ਨਿਆਂ ਦੇ ਦਿਨ ਪ੍ਰਗਟ ਕੀਤਾ ਜਾਵੇਗਾ। ਉਹ ਜਾਂ ਤਾਂ ਸਾਡੇ ਵਿਰੁੱਧ ਹੋਵੇਗਾ ਜਾਂ ਸਾਡੇ ਵੱਲ।
쉽게 생각할 일이 아닙니다. ਇਹੀ ਕਾਰਨ ਹੈ ਕਿ ਅਸੀਂ ਮਾਮਲਿਆਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ ਤੇ ਇਹ ਮਹੱਤਵਪੂਰਨ ਮਾਮਲਾ ਹੈ। ਆਓ ਅਸੀਂ ਇਸ ਸੰਦੇਸ਼ ਨੂੰ ਹਮੇਸ਼ਾ ਆਪਣੇ ਦਿਲ ਦੀਆਂ ਫੱਟੀਆਂ ਉੱਤੇ ਲਿਖ ਲਈਏ। 우리에 있는 형제 ਜਦ ਅਸੀਂ ਹਮੇਸ਼ਾ ਆਪਣੇ ਭਰਾਵਾਂ ਅਤੇ ਭੈਣਾਂ ਅਤੇ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨਾਲ ਇਸ ਮਨ ਨਾਲ ਵਿਵਹਾਰ ਕਰਦੇ ਹਾਂ, ਤਦ ਕਿ ਅਸੀਂ ਸੰਸਾਰ ਦੇ ਨਮਕ ਅਤੇ ਜੋਤੀ ਨਹੀਂ ਬਣ ਪਾਵਾਂਗੇ। 수 있지 않겠습니까? 하나님의 ਤਦ ਪਰਮੇਸ਼ਵਰ ਸਾਨੂੰ ਉਹਨਾਂ ਲੋਕਾਂ ਦੇ ਰੂਪ ਵਿੱਚ ਪਹਿਚਾਨਣਗੇ ਜੋ ਪਰਮੇਸ਼ਵਰ ਦੀ ਵਡਿਆਈ ਨੂੰ ਪ੍ਰਦਰਸ਼ਿਤ ਕਰਦੇ ਹਨ ਕਿ ਪਰਮੇਸ਼ਵਰ ਸਾਨੂੰ ਸਵਰਗ ਦੇ ਰਾਜ ਵਿੱਚ ਹੋਰ ਜ਼ਿਆਦਾ ਆਸੀਸ਼ਾਂ ਅਤੇ ਇਨਾਮ ਨਹੀਂ ਦੇਣਗੇ। ਆਓ ਆਇਤ 41 ਦੇ ਨਾਲ ਜਾਰੀ ਰਹੀਏ। ਅਤੇ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ, ਹੇ ਸ਼ਰਾਪੇ ਹੋਇਓ, ਮੇਰੇ ਕੋਲ ਉਸ ਸਦੀਪਕ ਆਗੇ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾ ਸਾਂ ਔਰ ਤੁਸਾਂ ਮੈਨੂੰ ਨਾ ਖਵਾਇਆ, ਮੈਂ ਤਿਹਾਇਆ ਸਾਂ ਔਰ ਤੁਸਾਂ ਮੈਨੂੰ ਨਾ ਪਿਆਇਆ, ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਔਰ ਤੁਸਾਂ ਮੇਰੀ ਖਬਰ ਨਾ ਲਈ। ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ, ਕਦ ਅਸਾਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ। ਤਦ ਉਹ ਉਹਨਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਜਦ ਤੁਸਾਂ ਇਹਨਾਂ ਸਭਨਾਂ ਤੋਂ ਛੋਟਾ ਵਿੱਚੋਂ ਇੱਕ ਨਾਲ ਕੀਤਾ, ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ। 곧 내게 하지 ਅਤੇ ਇਹ ਸੰਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸੰਦੀਪਕ ਜਿਉਣ ਵਿੱਚ। 영생에 들어가리라 하시니라 하고 있습니다. ਸਾਰੇ ਲੋਕੋ, ਜਿਸ ਦਿਨ ਸਾਡੀ ਕਿਸਮਤ ਨਿਰਧਾਰਿਤ ਹੋਵੇਗੀ ਉਹ ਦਿਨ ਨੇੜੇ ਆ ਰਿਹਾ ਹੈ। ਸਾਡੀ ਕਿਸਮਤ ਕਿਵੇਂ ਨਿਰਧਾਰਿਤ ਹੋਵੇਗੀ? 지어지게 되느냐는 ਇਹ ਵਿਸ਼ਵਾਸ ਦੇ ਜੀਵਨ ਵਿੱਚ ਸਾਡੇ ਰੋਜ਼ ਦੇ ਕੰਮਾਂ, ਨਜ਼ਰੀਏ ਅਤੇ ਮਾਨਸਿਕਤਾ ਤੇ ਨਿਰਭਰ ਕਰਦਾ ਹੈ। ਇਹ ਸਾਰੀਆਂ ਚੀਜ਼ਾਂ ਜਮ੍ਹਾਂ ਹੁੰਦੀਆਂ ਹਨ ਅਤੇ ਕਦੇ ਗਾਇਬ ਨਹੀਂ ਹੁੰਦੀਆਂ। 행동이 ਜੇ ਅੱਜ ਦੇ ਕੰਮ ਪਰਮੇਸ਼ਵਰ ਦੀ ਨਜ਼ਰ ਵਿੱਚ ਕਿਰਪਾਪੂਰਨ ਨਹੀਂ ਹੁੰਦੇ, ਤਦ ਉਹ ਉਸੇ ਤਰ੍ਹਾਂ ਹੀ ਦਰਜ ਕੀਤੇ ਜਾਣਗੇ ਜਿਵੇਂ ਉਹ ਹਨ। ਕਿ ਪਰਮੇਸ਼ਵਰ ਨੇ ਇਸ ਲਈ ਇਹ ਪਹਿਲਾਂ ਤੋਂ ਹੀ ਘੋਸ਼ਣਾ ਨਹੀਂ ਕੀਤੀ ਸੀ, ਮੈਂ ਤੁਹਾਡੇ ਕੰਮਾਂ ਦੇ ਅਨੁਸਾਰ ਤੁਹਾਨੂੰ ਬਦਲਾ ਦੇਵਾਂਗਾ ਅਤੇ ਮੈਂ ਤੁਹਾਡਾ ਨਿਆਂ ਕਰਾਂਗਾ। ਸਾਰੇ ਲੋਕੋ, ਕਿਰਪਾ ਕਰਕੇ ਇਸ ਨੂੰ ਨਾ ਭੁੱਲੋ। ਵਿਸ਼ਵਾਸ ਦੇ ਜੀਵਨ ਦੇ ਦੌਰਾਨ ਇਹੀ ਉਹ ਪਲ ਹੁੰਦਾ ਹੈ ਜਦ ਮੈਂ ਸਭ ਤੋਂ ਜ਼ਿਆਦਾ ਨਿਰਾਸ਼ ਮਹਿਸੂਸ ਕਰਦਾ ਹਾਂ। ਭਾਵੇਂ ਹੀ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਵਰ ਨੇ ਪਹਿਲਾਂ ਹੀ ਨਿਆਂ ਦੀ ਭਵਿੱਖਬਾਣੀ ਕਰ ਦਿੱਤੀ ਸੀ, ਲੋਕ ਅਕਸਰ ਉਹਨਾਂ ਦੇ ਵਚਨਾਂ ਦਾ ਇਨਕਾਰ ਕਰਦੇ ਹਨ ਅਤੇ ਉਹਨਾਂ ਦੇ ਵਿਰੁੱਧ ਕੰਮ ਕਰਦੇ ਹਨ। ਸਾਨੂੰ ਪਰਮੇਸ਼ਵਰ ਦੇ ਵਚਨਾਂ ਤੇ ਸਾਵਧਾਨੀ ਨਾਲ ਧਿਆਨ ਦੇਣਾ ਚਾਹੀਦਾ ਹੈ। ਮਤੀ ਅਧਿਆਇ 25 ਦੇ ਅਨੁਸਾਰ ਜਦ ਯਿਸੂ ਆਪਣੀ ਵਡਿਆਈ ਵਿੱਚ ਸਾਰੇ ਸਵਰਗਦੂਤਾਂ ਨਾਲ ਆਉਂਦੇ ਹਨ, 오셔서 ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜਾ ਕਰਨਗੇ। 하셨고 ਉਹ ਆਪਣੇ ਸੱਜੇ ਪਾਸੇ ਦੇ ਲੋਕਾਂ ਨੂੰ ਸਵਰਗ ਦੀ ਆਸ਼ੀਸ਼ ਅਤੇ ਆਪਣੇ ਖੱਬੇ ਪਾਸੇ ਦੇ ਲੋਕਾਂ ਨੂੰ ਅੱਗ ਦੀ ਸੰਦੀਪਕ ਸਜ਼ਾ ਦਿੰਦੇ ਹਨ। ਜਦ ਤੱਕ ਅਸੀਂ ਧਰਤੀ ਤੇ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਰਹਿ ਰਹੇ ਹਾਂ, ਪਰਮੇਸ਼ਵਰ ਇਹ ਦੇਖਣਾ ਜਾਰੀ ਰੱਖਦੇ ਹਨ ਕਿ ਜਿਵੇਂ ਕਿ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਹੈ, ਉਸੇ ਤਰ੍ਹਾਂ ਅਸੀਂ ਸਾਰੀਆਂ ਵਿਵਸਥਾਵਾਂ, ਵਿਧੀਆਂ ਅਤੇ ਨਿਯਮਾਂ ਦਾ ਪਾਲਣ ਕਰ ਰਹੇ ਹਾਂ 하나님 하나 ਜਾਂ ਨਹੀਂ। 하나님께서는 보고 계신다고요. ਜਦ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ, ਇਸਹਾਕ ਨੂੰ ਮੋਰੀਆ ਪਹਾੜ ਤੇ ਹੋਮ ਬਲੀ ਦੇ ਰੂਪ ਵਿੱਚ ਬਲੀ ਚੜਾ, 때도 ਤਦ ਪਰਮੇਸ਼ਵਰ ਨੇ ਅਬਰਾਹਮ ਦੇ ਵਿਸ਼ਵਾਸ ਦਾ ਨਿਰੀਖਣ ਕਰਨਾ ਜਾਰੀ ਰੱਖਿਆ। 결국 아브라함이 하나님의 ਜਿਵੇਂ ਕਿ ਅਬਰਾਹਮ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਨ ਕੀਤਾ, ਤਦ ਕਿ ਪਰਮੇਸ਼ਵਰ ਨੇ ਅੰਤ ਵਿੱਚ ਇਸਹਾਕ ਨੂੰ ਨਹੀਂ ਬਚਾਇਆ ਅਤੇ ਅਬਰਾਹਮ ਨੂੰ ਹੋਰ ਵੀ ਬਹੁਤ ਆਸੀਸ਼ਾਂ ਨਹੀਂ ਦਿੱਤੀਆਂ। 않았습니까? ਅੱਜ ਕੱਲ ਅਸੀਂ ਵੀ ਕਈ ਵੱਖਰੇ ਵੱਖਰੇ ਹਾਲਾਤਾਂ ਦਾ ਸਾਹਮਣਾ ਕਰਾਂਗੇ। 하는 상황이 오는데 그 ਤਦ ਹਾਲਾਤ ਭਾਵੇਂ ਕਿਸੇ ਤਰ੍ਹਾਂ ਦੇ ਵੀ ਹੋਣ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਜੇ ਮੈਂ ਇਹ ਛੋਟਾ ਜਿਹਾ ਕੰਮ ਕਰਾਂ ਤਦ ਇਹ ਠੀਕ ਰਹੇਗਾ। ਸਾਨੂੰ ਕਦੇ ਵੀ ਨਰਕ ਦਾ ਰਾਹ ਨਹੀਂ ਚੁਣਨਾ ਚਾਹੀਦਾ। ਇਸ ਦੇ ਬਦਲੇ ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ, ਇਸ ਖਾਸ ਹਾਲਾਤ ਵਿੱਚ ਮੈਨੂੰ ਕਿਹੜਾ ਰਾਹ ਸਵਰਗ ਵੱਲ ਲੈ ਜਾਵੇਗਾ। 할 수 있는 ਤੁਹਾਨੂੰ ਅਤੇ ਮੈਨੂੰ ਸਹੀ ਚੋਣ ਕਰਨ ਵਿੱਚ ਯੋਗ ਹੋਣਾ ਚਾਹੀਦਾ ਹੈ ਜੋ ਸਾਨੂੰ ਸਵਰਗ ਵਿੱਚ ਲੈ ਜਾਂਦਾ ਹੈ। ਆਓ ਉਪਦੇਸ਼ਕ ਦੀ ਪੋਥੀ ਅਧਿਆਇ 3 ਵਚਨ 15 ਨੂੰ ਦੇਖੀਏ। ਜੋ ਕੁਝ ਹੋਇਆ ਸੀ ਸੋ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਸੋ ਅੱਗੇ ਵੀ ਹੋ ਚੁੱਕਾ ਹੈ ਅਤੇ ਪਰਮੇਸ਼ਵਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ। ਮੁੜ ਮੈਂ ਸੂਰਜ ਦੇ ਹੇਠ ਡੀਠਾਂ, ਭਈ ਨਿਆਂ ਦੇ ਥਾਂ ਉੱਥੇ ਦੁਸ਼ਟਤਾ ਹੈ ਅਤੇ ਧਰਮ ਦੇ ਥਾਂ ਉੱਥੇ ਦੁਸ਼ਟਤਾ ਵੀ ਹੈ। ਆਓ ਆਇਤ 17 ਦੇਖੀਏ। 내가 심중에 ਤਦ ਮੈਂ ਆਪਣੇ ਮਨ ਵਿੱਚ ਆਖਿਆ, ਭਈ ਪਰਮੇਸ਼ਵਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਂ ਕਰੇਗਾ, ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ। 때가 있음이라 하였더라 하고 있습니다. ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਨਾਂ ਦਾ ਨਿਆਂ ਕਰਨਗੇ। 과 악인을 심판하신다 하고 있습니다. ਧਰਮੀ ਲੋਕ ਧਰਮੀ ਦੇ ਰੂਪ ਵਿੱਚ ਕੰਮ ਕਰਦੇ ਹਨ, ਦੁਸ਼ਟ ਲੋਕ ਦੁਸ਼ਟਤਾ ਦੇ ਰੂਪ ਵਿੱਚ ਕੰਮ ਕਰਦੇ ਹਨ। ਕਿਉਂਕਿ ਸਾਡੇ ਕੰਮ ਹਰ ਦਿਨ ਜਮ੍ਹਾਂ ਹੁੰਦੇ ਹਨ, ਉਹ ਸਾਰੇ ਇਸ ਗੱਲ ਤੇ ਸਬੂਤ ਦੇ ਰੂਪ ਵਿੱਚ ਕੰਮ ਕਰਦੇ ਹਨ ਜਿਸ ਨੂੰ ਪਰਮੇਸ਼ਵਰ ਨਿਆਂ ਦੇ ਦਿਨ ਹਵਾਲਾ ਦੇਣਗੇ। ਸਵਰਗ ਵਿੱਚ ਪਾਪ ਕਰਨ ਅਤੇ ਧਰਤੀ ਤੇ ਸੁੱਟ ਦਿੱਤੇ ਜਾਣ ਦੇ ਬਾਅਦ ਕਿ ਸਾਡੀਆਂ ਆਤਮਾਵਾਂ ਮਰਨ ਲਈ ਨਿਯੁਕਤ ਨਹੀਂ ਸੀ, ਭਾਵੇਂ ਹੀ ਸਾਨੂੰ ਨਰਕ ਵਿੱਚ ਭੇਜ ਦਿੱਤਾ ਗਿਆ ਹੋਵੇ, ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਸੀ। 물은 할 말이 없습니다.
ਸਾਡੇ ਜੀਵਨ ਦੇ ਦੌਰਾਨ ਪਰਮੇਸ਼ਵਰ ਨੇ ਸਾਨੂੰ ਪ੍ਰਾਇਚਿਤ ਕਰਨ ਦਾ ਮੌਕਾ ਦਿੱਤਾ ਹੈ। ਹਾਲਾਂਕਿ ਕੁਝ ਲੋਕਾਂ ਨੇ ਸਰਲਤਾ ਨਾਲ ਪਰਮੇਸ਼ਵਰ ਦੀ ਕਿਰਪਾ ਨੂੰ ਤਿਆਗ ਦਿੱਤਾ ਹੈ। ਸਾਨੂੰ ਇਸ ਮੌਕੇ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 20 ਵਚਨ 11 ਤੇ ਜਾਈਏ। 계속 보도록 하겠습니다. ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ ਅਤੇ ਉਹਨੂੰ ਜਿਹੜਾ ਉਸ ਉੱਤੇ ਵਿਰਾਜਮਾਨ ਸੀ ਵੇਖਿਆ, ਜਿਹਦੇ ਸਾਹਮਣੇ ਉਹ ਧਰਤੀ ਅਤੇ ਆਕਾਸ਼ ਨੱਸ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਇੱਥੇ ਵੀ ਇਹ ਦਰਜ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਗਿਆ ਸੀ। ਉਹਨਾਂ ਨੇ ਜੋ ਕੁਝ ਕੀਤਾ ਉਸ ਦੇ ਅਨੁਸਾਰ ਉਹਨਾਂ ਦਾ ਨਿਆਂ ਕੀਤਾ ਗਿਆ ਜਿਵੇਂ ਕਿ ਪੋਥੀ ਵਿੱਚ ਲਿਖਿਆ ਗਿਆ ਸੀ। 판을 받으니 ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ ਅਤੇ ਹਰੇਕ ਦਾ ਨਿਆਂ ਉਹਦੀਆਂ ਕਰਨੀਆਂ ਅਨੁਸਾਰ ਕੀਤਾ ਗਿਆ। 뭐라고 되어 있습니다. ਉਹਨਾਂ ਦੀਆਂ ਕਰਨੀਆਂ ਅਨੁਸਾਰ। ਸਾਰੇ ਲੋਕੋ, ਅੱਜ ਦੇ ਇਸ ਪਲ ਤੋਂ ਆਓ ਅਸੀਂ ਜਲਦੀ ਬਦਲੀਏ। ਇੱਕ ਵਾਰ ਜਦ ਸਾਨੂੰ ਇਸ ਦਾ ਅਹਿਸਾਸ ਹੋ ਜਾਵੇ ਤਦ ਉਸੇ ਪਲ ਤੋਂ ਬਦਲਣਾ ਸਭ ਤੋਂ ਚੰਗਾ ਹੈ। ਅਤੇ ਹਰੇਕ ਦਾ ਨਿਆਂ ਉਹਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ, ਅਰਥਾਤ ਅੱਗ ਦੀ ਝੀਲ। ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ। ਨਿਆਂ ਦੇ ਦਿਨ ਬਾਰੇ ਸੋਚੋ। ਸਾਨੂੰ ਸਾਰਿਆਂ ਨੂੰ ਹਮੇਸ਼ਾ ਲਈ ਦੁੱਖ ਦੀ ਜਗ੍ਹਾ ਤੇ 고난 당한 ਜਾਣ ਲਈ ਸਥਿਰ ਕੀਤਾ ਗਿਆ ਸੀ। 없었던 ਜਿਵੇਂ ਕਿ ਲਿਖਿਆ ਹੈ, 분들이었습니다. ਕੋਈ ਧਰਮੀ ਨਹੀਂ, 하나도 없다고 ਇੱਕ ਵੀ ਨਹੀਂ। 전부가 ਅਸੀਂ ਸਭ ਪਾਪੀ ਸੀ ਜਿਨ੍ਹਾਂ ਕੋਲ ਅੱਗ ਦੀ ਝੀਲ ਵਿੱਚ ਸੁੱਟੇ ਜਾਣ ਦੇ ਇਲਾਵਾ ਕੋਈ ਚਾਰਾ ਨਹੀਂ ਸੀ। ਪਰ ਪਰਮੇਸ਼ਵਰ ਨੇ ਸਾਨੂੰ ਇੱਕ ਹੋਰ ਮੌਕਾ ਦਿੱਤਾ। 기회에 ਪਰਮੇਸ਼ਵਰ ਨੇ ਸਾਨੂੰ ਮੌਕਾ ਦਿੰਦੇ ਹੋਏ ਇੱਕ ਵਾਰ ਫਿਰ ਤੋਂ ਬੂਹਾ ਖੋਲ ਦਿੱਤਾ। ਹਾਲਾਂਕਿ ਜੇ ਅਸੀਂ ਇਸ ਤਰ੍ਹਾਂ ਦੀ ਪਿਸ਼ਟ ਮਾਨਸਿਕਤਾ ਤੇ ਬੀਤੇ ਸਮੇਂ ਵਿੱਚ ਮੌਜੂਦ ਬੁਰੇ ਵਿਚਾਰਾਂ ਨੂੰ ਜਾਰੀ ਰੱਖਦੇ ਹਾਂ ਤਾਂ ਸਾਡੇ ਕੋਲ ਨਰਕ ਦੀ ਸਦੀਪਕ ਅੱਗ ਵਿੱਚ ਸੁੱਟੇ ਜਾਣ ਦੇ ਇਲਾਵਾ 사람이 ਕੋਈ ਚੋਣ ਨਹੀਂ ਹੋਵੇਗੀ। ਇਸ ਤਰ੍ਹਾਂ ਵਿਚਾਰ ਕਰਦੇ ਹੋਏ, ਕਿਉਂਕਿ ਅਸੀਂ ਮਨੁੱਖ ਹਾਂ, ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨਾ ਕੁਦਰਤੀ ਨਹੀਂ ਹੈ। ਜਿਸ ਤਰ੍ਹਾਂ ਦਾ ਪਾਪ ਕੋਈ ਵੀ ਕਰ ਸਕਦਾ ਹੈ, ਸਾਨੂੰ ਇਸ ਤਰ੍ਹਾਂ ਆਪਣੇ ਕੰਮਾਂ ਨੂੰ ਤਰਕਸ਼ੀਲ ਅਤੇ ਤਰਕ ਸੰਗਤ ਨਹੀਂ ਬਣਾਉਣਾ ਚਾਹੀਦਾ। ਅਸੀਂ ਪਹਿਲਾਂ ਹੀ ਸਵਰਗ ਵਿੱਚ ਪਾਪ ਕਰ ਚੁੱਕੇ ਹਾਂ ਅਤੇ ਧਰਤੀ ਤੇ ਮਰਨ ਲਈ ਸਥਿਰ ਸੀ। ਪਰ ਪਰਮੇਸ਼ਵਰ ਨੇ ਸਾਨੂੰ ਇੱਕ ਹੋਰ ਮੌਕਾ ਦਿੱਤਾ ਹੈ। ਜੇ ਅਸੀਂ ਇਸ ਮੌਕੇ ਨੂੰ ਗਵਾ ਦਈਏ ਤਦ ਸਾਨੂੰ ਕਦੇ ਵੀ ਦੂਸਰਾ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਲਈ ਨਵੇਂ ਨੇਮ ਦੀ ਸੱਚਾਈ ਨੂੰ ਪ੍ਰਾਪਤ ਕਰਨ ਦੇ ਬਾਅਦ ਜੇ ਅਸੀਂ ਉਸ ਰਾਹ ਤੇ ਚੱਲਦੇ ਹਾਂ ਜਿਸ ਤੋਂ ਪਰਮੇਸ਼ਵਰ ਖੁਸ਼ ਨਹੀਂ ਹੁੰਦੇ, 빠지게 된다면 ਤਦ ਬਾਈਬਲ ਕਹਿੰਦੀ ਹੈ ਕਿ ਸਾਡੇ ਲਈ ਪਾਪਾਂ ਅਤੇ ਪ੍ਰਾਇਚਿਤ ਲਈ ਕੋਈ ਬਲੀਦਾਨ ਨਹੀਂ ਬਚਿਆ ਹੈ। 설명하고 있지 않습니까? ਆਓ ਇਬਰਾਨੀਆਂ 10 ਵਚਨ 26 ਦੀ ਪੁਸਤਕ ਨੂੰ ਦੇਖੀਏ। ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, ਪਾਪਾਂ ਲਈ ਕੋਈ ਬਲੀਦਾਨ ਨਹੀਂ ਹੈ। ਜੇ ਅਸੀਂ ਕਹੀਏ ਕਿ ਸਾਡਾ ਕੁਝ ਵੀ ਪਾਪ ਨਹੀਂ ਤਦ ਪਰਮੇਸ਼ਵਰ ਨੂੰ ਝੂਠਾ ਠਹਿਰਾਉਂਦੇ ਹਾਂ। 뭐가 된다고 ਇਹ ਪਹਿਲਾ ਯਹੂਨਾ ਵਿੱਚ ਸਪਸ਼ਟ ਰੂਪ ਨਾਲ ਸਮਝਾਇਆ ਗਿਆ ਹੈ। ਜਿਵੇਂ ਕਿ ਅਸੀਂ ਸਵਰਗ ਵਿੱਚ ਪਾਪ ਕਰਨ ਦੇ ਬਾਅਦ ਧਰਤੀ ਤੇ ਸੁੱਟ ਦਿੱਤੇ ਗਏ ਸੀ, 우리라고 한다면 ਧਰਤੀ ਤੇ ਰਹਿੰਦੇ ਹੋਏ ਸਾਨੂੰ ਆਪਣਾ ਸਾਰਾ ਸਮਾਂ ਸਿਰਫ ਪ੍ਰਾਇਚਿਤ ਕਰਨ ਤੇ ਕੇਂਦਰਿਤ ਕਰਦੇ ਹੋਏ ਬਿਤਾਉਣਾ ਚਾਹੀਦਾ ਹੈ। ਧਰਤੀ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਅਸੀਂ ਇਹ ਦੇਖਦੇ ਹੋਏ ਕਿ ਕੌਣ ਚੰਗਾ ਹੈ ਅਤੇ ਕੌਣ ਬੁਰਾ ਹੈ ਇੱਕ ਦੂਸਰੇ ਦੀ ਤੁਲਨਾ ਕਰਦੇ ਹਾਂ। 아직 ਇਹ ਜਗ੍ਹਾ ਸਿਰਫ ਪ੍ਰਾਇਚਿਤ ਕਰਨ ਲਈ ਹੈ। ਕਿ ਇਹੀ ਕਾਰਨ ਨਹੀਂ ਹੈ ਕਿ ਪਰਮੇਸ਼ਵਰ ਸਾਨੂੰ ਨਮਰ ਹੋਣ ਅਤੇ ਇੱਕ ਦੂਸਰੇ ਦੀ ਸੇਵਾ ਕਰਨ ਲਈ ਕਹਿੰਦੇ ਹਨ। 그렇지 않습니까? ਪਰਮੇਸ਼ਵਰ ਸਾਨੂੰ ਇਸ ਤਰ੍ਹਾਂ ਕਰਨਾ ਕਿਉਂ ਸਿਖਾਉਂਦੇ ਹਨ? ਕੋਈ ਸੋਚ ਸਕਦਾ ਹੈ ਕਿ ਜੇ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ ਤਦ ਸਾਨੂੰ ਦੂਸਰਿਆਂ ਤੋਂ ਉੱਚਾ, ਬਿਹਤਰ 남들 ਅਤੇ ਵਧੀਆ ਬਣਨਾ ਚਾਹੀਦਾ ਹੈ। 수해야 되는데 ਪਰ ਇਸ ਪਲ ਤੋਂ ਅਸੀਂ ਪਰਮੇਸ਼ਵਰ ਦੀ ਸੱਚਾਈ ਨੂੰ ਸਵੀਕਾਰ ਕਰਦੇ ਹਾਂ। ਪਰਮੇਸ਼ਵਰ ਸਾਨੂੰ ਇੱਕ ਇਸ ਤਰ੍ਹਾਂ ਦੇ ਹਾਲਾਤ ਵਿੱਚ ਹੋਣ ਲਈ ਮਾਰਗਦਰਸ਼ਨ ਕਰ ਰਹੇ ਹਨ ਜਿੱਥੇ ਅਸੀਂ ਦੂਸਰਿਆਂ ਦੀ ਜ਼ਿਆਦਾ ਸੇਵਾ ਕਰਨ ਲਈ ਖੁਦ ਨੂੰ ਦੀਨ ਕਰ ਸਕਦੇ ਹਾਂ। 우리가 이런 ਅਜਿਹਾ ਇਸ ਲਈ ਹੈ ਤਾਂ ਜੋ ਅਸੀਂ ਹੌਲੀ-ਹੌਲੀ ਮਹਿਸੂਸ ਕਰ ਸਕੀਏ ਕਿ ਸਾਨੂੰ ਕਮੰਡੀ ਜਾਂ ਦਿਖਾਵਾ ਕਰਨ ਵਾਲੇ ਲੋਕ ਨਹੀਂ ਹੋਣਾ ਚਾਹੀਦਾ। 그것이 ਸਾਰੇ ਲੋਕੋ, ਇਹੀ ਸੱਚਾਈ ਦਾ ਰਾਹ ਹੈ ਜੋ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ। ਇਸ ਲਈ ਨਵਾਂ ਨੇਮ ਕਹਿੰਦਾ ਹੈ, ਇੱਕ ਦੂਸਰੇ ਦੇ ਪ੍ਰਤੀ ਨਮਰਤਾ ਰੱਖੋ ਅਤੇ ਹੰਕਾਰੀ ਨਾ ਬਣੋ। 두지 말라. ਆਓ ਇਬਰਾਨੀਆਂ ਅਧਿਆਇ 10 ਵਚਨ 26 ਫਿਰ ਤੋਂ ਦੇਖੀਏ। 우리가 ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ 범한 적 ਤਾਂ ਪਾਪਾਂ ਦੇ ਨਿਮਿਤ ਫੇਰ ਕੋਈ ਬਲੀਦਾਨ ਨਹੀਂ, ਪਰ ਕੀ ਬਾਕੀ ਹੈ? ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ। ਇਸ ਦੇ ਬਾਅਦ ਸਿਰਫ ਪਰਮੇਸ਼ਵਰ ਦਾ ਨਿਆਂ 사실 ਅਤੇ ਸਜ਼ਾ ਹੀ ਬਚੇਗੀ। 만이 남아 있을 뿐입니다. ਉਹ ਆਸ ਜਾਂ ਆਨੰਦ ਦੀ ਉਡੀਕ ਕਰਨ ਦੀ ਜਗ੍ਹਾ ਨਹੀਂ ਹੈ। 만한
그런 여지가 ਪਰ ਦੁਨੀਆ ਦੇ ਲੋਕ ਇਹ ਜਾਣੇ ਬਿਨਾਂ ਜਿਉਂਦੇ ਹਨ। 사람들은 이런 걸 모르고 삽니다. 모르고 ਇਸ ਲਈ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ ਮੰਨੋ ਉਹ ਦੂਸਰਿਆਂ ਤੋਂ ਵਧੀਆ ਹੋਣ। 하고 ਜੋ ਉੱਚਾ ਬਣਨਾ ਚਾਹੁੰਦੇ ਹਨ ਉਹ ਲੋਕ ਹਨ ਜੋ ਇਹ ਵੀ ਨਹੀਂ ਜਾਣਦੇ ਕਿ ਅਸੀਂ ਸਵਰਗ ਤੋਂ ਧਰਤੀ ਤੇ ਕਿਉਂ ਸੁੱਟ ਦਿੱਤੇ ਗਏ। 새 언약의 ਇਸ ਦਾ ਅਰਥ ਹੈ ਕਿ ਉਹ ਨਵੇਂ ਨਿਯਮ ਦੀ ਸੱਚਾਈ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। 그래서 ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ 하는 자를 소멸 ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਸਰਾਂ ਦੀ ਟਲਣਾ ਕੀਤੀ ਹੋਵੇ ਉਹ 2 ਜਾਂ 3 ਗਵਾਹ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨਾ ਕੁ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੀ ਆਤਮਾ ਦਾ ਅਪਜਸ ਕੀਤਾ। ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਵਾਂਗਾ ਅਤੇ ਫਿਰ ਇਹ ਕੀ ਪ੍ਰਭੂ ਆਪਣੀ ਪ੍ਰਜਾ ਦਾ ਨਿਆਂ ਕਰੇਗਾ। 우리가 아노니 ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ। 무서울 진저 ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸੀਂ ਦੁੱਖਾਂ ਦੇ ਵੱਡੇ ਘੋਲ ਮਕੋਲ ਨੂੰ ਸਹਿ ਲਿਆ। ਕਦੀ ਤਾਂ ਤੁਸੀਂ ਨਿੰਦਾ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ। ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਆਨੰਦ ਨਾਲ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟਲ ਹੈ। ਤੋ ਤੁਸੀਂ ਆਪਣੀ ਦਿਲੇੜੀ ਨੂੰ ਕਿਤੇ ਗਵਾ ਨਾ ਬੈਠਣਾ ਕੀ ਉਹਦਾ ਵੱਡਾ ਫਲ ਹੈ। ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਇਹ ਲਿਖਿਆ ਹੈ ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ ਪਰ ਮੇਰਾ ਧਰਮੀ ਬੰਦਾ ਨੇਚਾ ਤੋਂ ਜੀਵੇਗਾ ਅਤੇ ਜੇ ਉਹ ਪਿਛਾਵਾਂ ਹਟ ਜਾਵੇ 물러가면 ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। 아니하리라 ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਵਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਜਿਹੜੇ ਨੇਚਾ ਕਰਕੇ ਜਾਨ ਬਚਾ ਰੱਖਦੇ ਹਨ। 이르는 믿음을 가진 자니라 여러분 ਸਾਰੇ ਲੋਕੋ ਕਿਉਂਕਿ ਲੋਕ ਇਸ ਦੁਨੀਆ ਵਿੱਚ ਪੈਦਾ ਹੋਏ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹ ਦੁਨੀਆ ਵਿੱਚ ਸਭ ਕੁਝ ਫੜ ਸਕਦੇ ਹਨ ਅਤੇ ਅਧਿਕਾਰ ਅਤੇ ਸ਼ਕਤੀ ਪ੍ਰਾਪਤ ਕਰ ਸਕਦੇ ਹਨ ਪਰ ਅਸੀਂ ਜਾਣਦੇ ਹਾਂ ਕਿ ਹੁਣ ਅਸੀਂ ਇਸ ਧਰਤੀ ਤੇ ਕਿਉਂ ਜੀ ਰਹੇ ਹਾਂ। ਇਸ ਲਈ ਸਾਨੂੰ ਜੀਵਨ ਦਾ ਇੱਕ ਅਜਿਹਾ ਰਾਹ ਚੁਣਨ ਵਿੱਚ ਕਾਬਲ ਹੋਣਾ ਚਾਹੀਦਾ ਹੈ ਜਿਸ ਤੇ ਸੱਚਾਈ ਨੂੰ ਸਮਝਣ ਵਾਲੇ ਚੱਲਦੇ ਹਨ। ਸਾਨੂੰ ਇਹ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਨਿਆਂ ਹੋਵੇਗਾ। ਨਿਆਂ ਦੇ ਦਿਨ ਤੱਕ ਸਾਨੂੰ ਆਪਣੇ ਵਿਸ਼ਵਾਸ ਵਿੱਚ ਵਾਧੇ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਕਮਜ਼ੋਰੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜਦ ਇਸ ਨੂੰ ਕਰਦੇ ਹੋਏ ਸਾਡੇ ਵਿਸ਼ਵਾਸ ਦਾ ਜੀਵਨ ਪੂਰਾ ਹੁੰਦਾ ਹੈ ਤਦ ਪਰਮੇਸ਼ਵਰ ਇਹ ਕਹਿ ਕੇ ਸਾਡੀ ਪ੍ਰਸ਼ੰਸਾ ਕਰਨਗੇ ਤੁਸੀਂ ਬਹੁਤ ਚੰਗਾ ਕੰਮ ਕੀਤਾ। ਸਵਰਗ ਦੇ ਸਦੀਪਕ ਨਾਗਰਿਕ ਦੇ ਰੂਪ ਵਿੱਚ ਪਰਮੇਸ਼ਵਰ ਦੁਆਰਾ 받아주시 ਸਾਡਾ ਸਵਾਗਤ ਅਤੇ ਪ੍ਰਵਾਨਗੀ ਕੀਤੀ ਜਾਵੇਗੀ। ਸੱਚਾਈ ਦੀ ਪਛਾਣ ਪ੍ਰਾਪਤ ਕਰਨ ਦੇ ਬਾਅਦ ਸਾਨੂੰ ਫਿਰ ਕਦੇ ਪਰਮੇਸ਼ਵਰ ਤੋਂ ਦੂਰ ਨਹੀਂ ਹੋਣਾ ਚਾਹੀਦਾ। 이런 일들은 절대 우리에게는 있어서는 안 되겠습니다. ਧਰਤੀ ਤੇ ਆਪਣੇ ਬਾਕੀ ਸਮੇਂ ਲਈ 아버지 어머니 ਆਓ ਅਸੀਂ ਆਗਿਆਕਾਰੀ ਦਿਲ ਨਾਲ ਜਿੱਥੇ ਵੀ ਪਿਤਾ ਅਤੇ ਮਾਤਾ ਜੀ ਸਾਨੂੰ ਲੈ ਜਾਂਦੇ ਹਨ ਹਮੇਸ਼ਾ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰੀਏ। 꼭 되도록 합시다. ਬਾਈਬਲ ਕਹਿੰਦੀ ਹੈ ਕਿ ਜੋ ਲੋਕ ਜਿੱਥੇ ਕਿਤੇ ਉਹ ਜਾਵੇ ਉੱਥੇ ਉਹਨਾਂ ਦਾ ਪਾਲਨ ਕਰਦੇ ਹਨ ਉਹ ਮੁਕਤੀ ਪਾਉਣਗੇ। ਇਸ ਦੇ ਇਲਾਵਾ ਕਿ ਪਰਮੇਸ਼ਵਰ ਨੇ ਨਹੀਂ ਸਿਖਾਇਆ ਕਿ ਉਹ 100 ਜਾਂ 1000 ਬਲੀਦਾਨ ਚੜਾਉਣ ਤੋਂ ਜ਼ਿਆਦਾ ਆਗਿਆਕਾਰੀਤਾ ਤੋਂ ਖੁਸ਼ ਹੁੰਦੇ ਹਨ। 맞습니까? ਇੱਕ ਵਾਰ ਦੀ ਗੱਲ ਹੈ 외동 아들을 ਇੱਕ ਬਜ਼ੁਰਗ ਜੋੜੇ ਦਾ ਸਿਰਫ ਇੱਕ ਹੀ ਪੁੱਤਰ ਸੀ। ਭਾਵੇਂ ਹੀ ਉਹ ਵੱਡਾ ਹੋ ਗਿਆ ਸੀ ਉਹ ਪੈਸਾ ਕਮਾਉਣਾ 안 하고 ਜਾਂ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਹਰ ਦਿਨ ਬਸ ਖਾਲੀ ਬੈਠਾ ਰਹਿੰਦਾ ਸੀ। 하니까 ਤਦ ਉਸਦੇ ਪਿਤਾ ਨੇ ਉਸਨੂੰ ਕਿਹਾ ਕਿਉਂਕਿ ਤੁਸੀਂ ਸਿਰਫ ਖੇਡਦੇ ਰਹਿੰਦੇ ਹੋ ਮੈਂ ਆਪਣੀ ਜਾਇਦਾਦ ਦਾ ਇੱਕ ਪੈਸਾ ਵੀ ਤੇਰੇ ਲਈ ਨਹੀਂ ਛੱਡ ਸਕਦਾ। ਜੇ ਤੁਸੀਂ ਪਰਿਵਾਰਕ ਕਾਰੋਬਾਰ ਨੂੰ ਵਿਰਾਸਤ ਵਿੱਚ ਪਾਉਣਾ ਚਾਹੁੰਦੇ ਹੋ ਤਦ ਖੁਦ ਪੈਸਾ ਕਮਾਉਣਾ ਅਤੇ ਮੇਰੇ ਕੋਲ ਲਿਆਉਣਾ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਦ ਮੈਂ ਵਿਚਾਰ ਕਰਾਂਗਾ ਕਿ ਮੈਂ ਆਪਣੀ ਜਾਇਦਾਦ ਤੁਹਾਡੇ ਤੇ ਛੱਡਾਂਗਾ ਜਾਂ ਨਹੀਂ। ਇਹ ਸੁਣਦੇ ਹੋਏ ਉਸਦੀ ਮਾਂ ਨੇ ਉਸਨੂੰ ਕੁਝ ਪੈਸੇ ਦਿੱਤੇ 아들에게 ਕਿਉਂਕਿ ਉਹ ਜਾਣਦੀ ਸੀ ਕਿ ਉਹ ਘਰ ਦੇ ਬਾਹਰ ਸਿਰਫ ਖੇਡਦੇ ਖੇਡਦੇ ਵਾਪਸ ਆ ਜਾਵੇਗਾ। 들어올 건 하나 ਉਸਨੇ ਉਸਨੂੰ ਕਿਹਾ 오늘 벌어왔습니다. ਜਾ ਕੇ ਆਪਣੇ ਪਿਤਾ ਨੂੰ ਦਿਲਾਸਾ ਦੇਵੋ ਉਹਨਾਂ ਨੂੰ ਕਹੋ ਮੈਂ ਅੱਜ ਪੈਸਾ ਕਮਾਇਆ ਹੈ। ਜਿਵੇਂ ਕਿ ਮਾਂ ਨੂੰ ਉਮੀਦ ਸੀ ਪੁੱਤਰ ਨੇ ਪੂਰਾ ਦਿਨ ਬਾਜ਼ਾਰ ਵਿੱਚ ਖੇਡਣ ਅਤੇ ਆਪਣੇ ਦੋਸਤਾਂ ਦੇ ਕੋਲ ਜਾਣ ਵਿੱਚ ਬਿਤਾਇਆ ਸੀ। ਇਸ ਦੇ ਬਾਅਦ ਸੂਰਜ ਡੁੱਬਣ ਦੇ ਸਮੇਂ ਉਹ ਘਰ ਵਾਪਸ ਆਇਆ। ਉਸਦੇ ਪਿਤਾ ਨੇ ਪੁੱਛਿਆ ਕਿ ਤੁਸੀਂ ਅੱਜ ਕੋਈ ਪੈਸਾ ਕਮਾਇਆ। ਫਿਰ ਉਸਨੇ ਇਹ ਕਹਿੰਦੇ ਹੋਏ ਕੁਝ ਸਿੱਕੇ ਕੱਢੇ ਹਾਂ ਮੈਂ ਥੋੜੇ ਪੈਸੇ ਕਮਾਏ ਹਨ। 아버지가 ਪਿਤਾ ਨੇ ਆਪਣੇ ਪੁੱਤਰ ਦੇ ਪੈਸੇ ਨੂੰ ਲੈ ਕੇ ਬਲਦੀ ਹੋਈ ਪੱਠੀ ਵਿੱਚ ਸੁੱਟ ਦਿੱਤਾ। ਪੁੱਤਰ ਬਸ ਉਸ ਵੱਲ ਵੇਖਦਾ ਰਿਹਾ। 아들이 멀뚱멀뚱 ਤੁਸੀਂ ਪੱਕਾ ਹੀ ਇਹ ਪੈਸਾ ਆਪਣੇ ਪਸੀਨੇ ਨਾਲ ਨਹੀਂ ਕਮਾਇਆ ਹੈ। 혹시 네가 땀 흘려서 번 돈이 아니다 말이지. ਅਗਲੇ ਦਿਨ ਵੀ ਇਸ ਤਰ੍ਹਾਂ ਹੀ ਸੀ। 였습니다. ਮਾਂ ਨੇ ਚੁੱਪ ਕਰਕੇ ਆਪਣੇ ਪੁੱਤਰ ਨੂੰ ਫਿਰ ਤੋਂ ਪੈਸੇ ਦਿੱਤੇ। 또 집어주었습니다. ਉਸ ਦਿਨ ਵੀ ਪਿਤਾ ਨੇ ਉਸਦੇ ਸਾਰੇ ਪੈਸੇ ਭੱਠੀ ਵਿੱਚ ਸੁੱਟ ਦਿੱਤੇ। 집어 던졌습니다. ਪੁੱਤਰ ਬਸ ਉਸ ਵੱਲ ਵੇਖਦਾ ਰਿਹਾ। 그냥 멀뚱멀뚱 쳐다만 봤습니다. ਇੱਕ ਦਿਨ
ਉਸਨੇ ਆਖਰਕਾਰ ਪਸੀਨਾ ਵਹਾ ਕੇ ਪੈਸਾ ਕਮਾਇਆ। 땀을 흘려서 돈을 벌었습니다. ਪੈਸਾ ਕਮਾਉਣ ਲਈ ਉਸਨੇ ਕਈ ਵਾਰ ਲੱਕੜਾਂ ਚੀਰਨ ਦਾ ਕੰਮ ਕੀਤਾ ਅਤੇ ਪਾਣੀ ਦੀਆਂ ਬਾਲਟੀਆਂ ਨੂੰ ਚੁੱਕਿਆ। 정말 그 돈을 ਪੈਸਾ ਕਮਾਉਣਾ ਸੱਚੀ ਮੁਸ਼ਕਲ ਸੀ। 벌었습니다. ਉਸ ਦਿਨ ਵੀ ਪੁੱਤਰ ਨੇ ਆਪਣੇ ਪਿਤਾ ਨੂੰ ਦਿਖਾਉਂਦੇ ਹੋਏ ਕਿਹਾ, ਮੈਂ ਇਹ ਪੈਸਾ ਕਮਾਇਆ ਹੈ। 오늘 ਇਸ ਵਾਰ ਫਿਰ ਪਿਤਾ ਨੇ ਕਿਹਾ, ਅੱਜ ਵੀ ਇਹ ਤੁਹਾਨੂੰ ਆਪਣੀ ਮਾਂ ਤੋਂ ਮਿਲਿਆ ਹੋਵੇਗਾ। ਇਹ ਉਹ ਪੈਸਾ ਨਹੀਂ ਹੈ ਜੋ ਤੁਸੀਂ ਆਪਣੇ ਕੰਮ ਨਾਲ ਕਮਾਇਆ ਹੈ। ਅਤੇ ਉਸਨੇ ਉਸ ਨੂੰ ਭੱਠੀ ਵਿੱਚ ਸੁੱਟ ਦਿੱਤਾ। ਪੁੱਤਰ ਹੈਰਾਨ ਹੋ ਗਿਆ ਅਤੇ ਉਸਨੇ ਬਲਦੀ ਹੋਈ ਭੱਠੀ ਵਿੱਚ ਲੱਕੜ ਦੇ ਢੇਰ ਵਿੱਚ ਪੈਸਾ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਦੇਖਦੇ ਹੋਏ ਪਿਤਾ ਨੇ ਤੁਰੰਤ ਪਛਾਣ ਲਿਆ, ਅੱਜ ਤੁਸੀਂ ਪੈਸਾ ਕਮਾਉਣ ਲਈ ਬਹੁਤ ਮਿਹਨਤ ਕੀਤੀ ਹੈ। 구나 하고 금방 알아봤습니다. ਇਸ ਗੱਲ ਦੇ ਜ਼ਰੀਏ ਲੋਕ ਤੁਰੰਤ ਦੱਸ ਸਕਦੇ ਹਨ ਕਿ ਉਸ ਨੂੰ ਪੈਸਾ ਕਮਾਉਣ ਲਈ ਬਹੁਤ ਮਿਹਨਤ ਕੀਤੀ ਜਾਂ ਇਸ ਨੂੰ ਮੁਫਤ ਪ੍ਰਾਪਤ ਕੀਤਾ। 수가 있는데 ਜਦ ਕਿ ਪਰਮੇਸ਼ਵਰ ਸਾਡੇ ਸਾਰੇ ਪਾਪਾਂ ਅਤੇ ਕਮੀਆਂ ਨੂੰ ਨਹੀਂ ਜਾਣਦੇ। 가지고 있는 모든 죄와 허물들 모르시겠습니까? ਬਾਈਬਲ ਦੇ ਲੇਖਕਾਂ ਨੇ ਲਿਖਿਆ ਹੈ ਕਿ ਪਰਮੇਸ਼ਵਰ ਸਾਡੇ ਕੰਮਾਂ ਦੇ ਅਨੁਸਾਰ ਸਾਡਾ ਨਿਆਂ ਕਰਦੇ ਹਨ। 예수님께서 ਯੀਸ਼ੂ ਖੁਦ ਇਸ ਧਰਤੀ ਤੇ ਆਏ ਅਤੇ ਸਾਨੂੰ ਆਖਰੀ ਨਿਆਂ ਦੇ ਦਿਨ ਦੇ ਦ੍ਰਿਸ਼ ਬਾਰੇ ਦੱਸਿਆ। 그 모든 광경들 ਕੀ ਉਹਨਾਂ ਨੇ ਸਾਨੂੰ ਮਤੀ ਅਧਿਆਇ 25 ਵਿੱਚ ਇਹ ਸਿੱਖਿਆ ਨਹੀਂ ਦਿੱਤੀ ਸੀ? 한 사람에게 ਭਈ ਜਦ ਤੁਸੀਂ ਮੇਰੇ ਇਹਨਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। 마음가짐 ਇਸ ਲਈ ਸਾਡੇ ਕੋਲ ਸਵਰਗ ਵਿੱਚ ਕੀਤੇ ਗਏ ਸਾਰੇ ਪਾਪਾਂ ਨੂੰ ਦੂਰ ਕਰਨ ਲਈ ਇਹ ਮਾਨਸਿਕਤਾ ਹੋਣੀ ਚਾਹੀਦੀ ਹੈ। 25장에 ਅੱਜ ਇੱਕ ਵਾਰ ਫਿਰ ਆਓ ਅਸੀਂ ਇਹਨਾਂ ਵਚਨਾਂ ਨੂੰ ਆਪਣੇ ਮਨਾਂ ਵਿੱਚ ਡੂੰਘਾਈ ਨਾਲ ਲਿਖੀਏ ਤਾਂ ਜੋ ਅਸੀਂ ਨਿਆਂ ਦੇ ਦਿਨ ਧਰਮੀ ਦੇ ਰੂਪ ਵਿੱਚ ਯੋਗ ਪਾਏ ਜਾ ਸਕੀਏ। 판결에서 ਮੈਨੂੰ ਆਸ ਹੈ ਕਿ ਸਿਉਣ ਦੀਆਂ ਸਾਰੀਆਂ ਸੰਤਾਨਾਂ ਸਾਡੇ ਸਵਰਗੀ ਘਰ ਵਿੱਚ ਵਾਪਸ ਜਾਣ ਵਿੱਚ ਕਾਬਲ ਹੋਣਗੀਆਂ ਅਤੇ ਉਸ ਵਡਿਆਈ ਨੂੰ ਦੁਬਾਰਾ ਸਥਾਪਿਤ ਕਰ ਸਕਣਗੀਆਂ ਜਿਸ ਦਾ ਅਸੀਂ ਪਹਿਲਾਂ ਸਵਰਗ ਵਿੱਚ ਆਨੰਦ ਲਿਆ ਸੀ। 바라겠습니다. ਜੀਵਨ ਬਹੁਤ ਹੀ ਛੋਟਾ ਹੈ। ਕੋਈ ਜਵਾਨ ਆਪਣੀ ਜਵਾਨੀ ਤੇ ਘਮੰਡ ਨਾ ਕਰੇ ਕਿਉਂਕਿ ਜਵਾਨੀ ਪਲ ਭਰ ਵਿੱਚ ਗਾਇਬ ਹੋ ਜਾਂਦੀ ਹੈ। ਬਾਈਬਲ ਅਤੇ ਨਬੀ ਲਗਾਤਾਰ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਸ ਦਿਨ ਸਾਨੂੰ ਉਹਨਾਂ ਨਾਲ ਪਾਪ ਰਹਿਤ ਨਿਰਦੋਸ਼ ਠਹਿਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਦਿਨ ਸਾਡੀ ਕਿਸਮਤ ਨਿਰਧਾਰਿਤ ਹੋਵੇਗੀ। ਜੋ ਲੋਕ ਆਪਣੇ ਸੰਦੀਪਕ ਘਰ ਸਵਰਗ ਵਿੱਚ ਵਾਪਸ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਖਰੀ ਨਿਆਂ ਦਾ ਦਿਨ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਰੋਜ਼ ਦਾ ਜੀਵਨ ਕਿਵੇਂ ਜਿਉਂਦੇ ਹਨ। 돌아보시고 ਉਹਨਾਂ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ, ਅੱਜ ਕੀ ਮੈਂ ਵਿਸ਼ਵਾਸ ਦੇ ਅਨੁਸਾਰ ਬਿਤਾਇਆ ਹੈ ਜਾਂ 밀리면서 ਇਹ ਇੱਕ ਇਸ ਤਰ੍ਹਾਂ ਦਾ ਦਿਨ ਸੀ ਜਦ ਮੈਂ ਦੁਨੀਆ ਵਿੱਚ ਫਸ ਕੇ ਬਿਤਾਇਆ ਹੈ। ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿੰਦਾ ਹਾਂ ਕਿ ਇਸ ਦੁਨੀਆ ਵਿੱਚ ਸਾਡੇ ਬਚੇ ਹੋਏ ਸਮੇਂ ਅਤੇ ਸਵਰਗ ਦੇ ਰਾਜ ਵਿੱਚ ਜਾਣ ਦੀ ਤਿਆਰੀ ਕਰੀਏ। ਮੈਂ ਆਸ ਕਰਦੇ ਹੋਏ ਕਿ ਤੁਹਾਨੂੰ ਬਹੁਤ ਕਿਰਪਾ ਪ੍ਰਾਪਤ ਹੋਈ ਹੈ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।